ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰਹਿਮਤਾਂ ਦੇ ਸਾਗਰ ਗੱਦੀ ਤੇ ਬਿਰਾਜਮਾਨ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਗੁਰਬਾਣੀ ਦੇ ਜਾਪ ਸਰਵਣ ਕੀਤੇ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਜੋ ਹਰ ਰੋਜ਼ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ ਮਨੁੱਖ ਦੇ ਆਪਦੇ ਕਰਮਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ। ਹੁਕਮ ਲਿਖ ਦੁੱਖ ਸੁਖ ਪਾਈ ਹੈ, ਭਾਵ ਕਿ ਜੋ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਮਨੁੱਖ ਭੋਗਦਾ ਹੈ। ਫਿਰ ਸਤਿਗੁਰਾਂ ਨੇ ਇਹ ਕਿਹਾ, ਜਿਨ੍ਹਾਂ ਨੇ ਉਹਦਾ ਹੁਕਮ ਬੁੱਝ ਲਿਆ, ਜਿਨ੍ਹੇ ਪਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ, ਉਹਦਾ ਜਨਮ ਮਰਨ ਦਾ ਜਿਹੜਾ ਗੇੜਾ ਹੈ ਉਹ ਕੱਟਿਆ ਜਾਂਦਾ ਹੈ। ਉਸ ਮਨੁੱਖ 'ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ। ਕਿਉਂਕਿ ਸਤ ਸੰਗਤ ਐਸੀ ਹੈ, ਜਿੱਥੇ ਸਤ ਸੰਗਤ ਜਾਣੀ ਹੈ ਤਿੱਥੇ ਇੱਕੋ ਨਾਮ ਵਖਾਣੀ ਹੈ। ਕਿਉਂਕਿ ਜਿਹੜੀ ਸਤ ਸੰਗਤ ਦਾ ਮਤਲਬ ਹੈ ਜਿੱਥੇ ਇੱਕ ਦੀ ਗੱਲ ਕੀਤੀ ਜਾਵੇ, ਇੱਕ ਦੀ ਸਿਫਤ ਸਲਾਹ ਕੀਤੀ ਜਾਵੇ ਅਤੇ ਇੱਕ ਦਾ ਹੀ ਨਾਮ ਜਪਿਆ ਜਾਵੇ, ਉਹਨੂੰ ਕਿਹਾ ਜਾਂਦਾ ਹੈ ਸਤ ਸੰਗਤ। ਜਿਵੇਂ ਆਪਾਂ ਸ਼ਹਿਰ ਦੇ ਵਿੱਚ ਦੇਖਦੇ ਹਾਂ, ਬੱਸ ਅੱਡਿਆਂ 'ਤੇ ਦੇਖਦੇ ਹਾਂ, ਸਟੇਸ਼ਨਾਂ 'ਤੇ ਦੇਖਦੇ ਹਾਂ, ਬਹੁਤ ਭੀੜ ਹੁੰਦੀ ਹੈ ਮਨੁੱਖਾਂ ਦੀ, ਉਹਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ। ਸਤ ਸੰਗਤ ਉਹ ਹੈ ਜਿੱਥੇ ਪਰਮਾਤਮਾ ਦਾ ਨਾਮ ਦਾ, ਉਹਦੇ ਗੁਣ ਗਾਏ ਜਾਂਦੇ ਨੇ, ਉਹਦੀ ਸਿਫਤ ਸਲਾਹ ਹੁੰਦੀ ਹੈ। ਜਦੋਂ ਉੱਥੇ ਸਾਰੇ ਮਨੁੱਖ ਬੈਠ ਕੇ ਸੁਣਦੇ ਨੇ, ਵਿਚਾਰਦੇ ਨੇ, ਕਹਿੰਦੇ ਨੇ ਉਹ ਸਤ ਸੰਗਤ ਕਹੀ ਜਾਂਦੀ ਹੈ। ਭਾਵੇਂ ਕੋਈ ਚੋਰ ਹੈ, ਭਾਵੇਂ ਕੋਈ ਸਾਧ ਹੈ, ਭਾਵੇਂ ਕੋਈ ਵਿਸ਼ੇ ਵਕਾਰੀ ਵਾਲਾ ਹੈ, ਕਹਿੰਦੇ ਸੰਗਤ ਦੇ ਵਿੱਚ ਜਦੋਂ ਆ ਗਿਆ ਉਹ ਗੁਰੂ ਦਾ ਰੂਪ ਸੰਗਤ ਰੂਪ ਹੋ ਜਾਂਦਾ ਹੈ। ਤਾਂ ਸਤ ਸੰਗਤ ਨੂੰ ਬੜੀ ਵੱਡੀ ਮਹੱਤਤਾ ਸਤਿਗੁਰਾਂ ਨੇ ਦੱਸੀ ਹੈ। ਕਿਉਂਕਿ ਸਤ ਸੰਗਤ ਦਾ ਐਡਾ ਵੱਡਾ ਮਹਾਤਮ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਕਹਿੰਦੇ ਇੱਕ ਰਾਜਾ ਹੋਇਆ ਹੈ। ਰਾਜਾ ਉਹਨੇ ਆਪਦੇ ਰਾਜ ਦੇ ਵਿੱਚ ਸਤ ਸੰਗਤ ਜਿਹੜੀ ਸੀ ਉਹ ਬੰਦ ਕਰਾ ਦਿੱਤੀ ਸੀ ਕਿ ਕੋਈ ਵੀ ਨਾਮ ਨਹੀਂ ਜਪੇਗਾ, ਕੋਈ ਵੀ ਬ੍ਰਾਹਮਣ ਜਿਹੜਾ ਹੈ ਨਾਮ ਨਹੀਂ ਜਪ ਸਕਦਾ, ਨਾ ਪਰਮਾਤਮਾ ਨੂੰ ਨਾ ਵਿਸ਼ਨੂੰ ਨੂੰ ਕੋਈ ਨਹੀਂ ਯਾਦ ਕਰੇਗਾ। ਉਹਨਾਂ ਨੇ ਕੀ ਕੀਤਾ, ਪਹਾੜਾਂ ਦੀ ਕੰਧਾਰ ਦੇ ਵਿੱਚ, ਭਾਵ ਕਿ ਗੁਫਾ ਦੇ ਵਿੱਚ ਜਾ ਕੇ ਨਾਮ ਜਪਣਾ ਸ਼ੁਰੂ ਕੀਤਾ, ਸਤ ਸੰਗਤ ਕਰ ਦਿੱਤੀ। ਉਹਨੇ ਸਜ਼ਾ ਲਾਈ ਸੀ, ਜੇ ਕਿਸੇ ਨੂੰ ਮੈਂ ਦੇਖ ਲਿਆ ਨਾਮ ਜਪਦਿਆਂ
ਜਾਂ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਦੇਖ ਲਿਆ ਤੇ ਉਹਨੂੰ ਕਤਲ ਕਰ ਦਿੱਤਾ ਜਾਏਗਾ। ਸਾਰੇ ਢੰਡੋਰਾ ਫਿਰਾ ਦਿੱਤਾ ਸੀਗਾ। ਕਹਿੰਦੇ ਕਿ ਜਿਹੜੀ ਉਹਦੀ ਰਾਣੀ ਘਰ ਵਾਲੀ ਸੀ, ਉਹਦਾ ਜਦੋਂ ਸ਼ਾਦੀ ਹੋਈ, ਉਹ ਸਤ ਸੰਗਤ ਬਹੁਤ ਸੀਗੀ। ਤੇ ਉਹ ਜਦੋਂ ਵਿਆਹ ਕੇ ਆਈ ਤਾਂ ਉਹਨੇ ਆਪਣੀਆਂ ਗੋਲੀਆਂ ਨੂੰ ਪੁੱਛਿਆ ਕਿ ਇੱਥੇ ਸਤ ਸੰਗਤ ਨਹੀਂ ਹੁੰਦਾ, ਕਿਉਂਕਿ ਮੈਂ ਸਤ ਸੰਗਤ ਦੇ ਵਿੱਚ ਉੱਥੇ ਜਾਂਦੀ ਰਹੀ ਹਾਂ, ਪ੍ਰਭੂ ਦੀ ਸਿਫਤ ਸਲਾਹ ਸੁਣਦੀ ਰਹੀ ਹਾਂ। ਇੱਥੇ ਲੱਗਦਾ ਲਾਗੇ ਬੰਨੇ ਲੱਗਦਾ ਨਹੀਂ ਹੈ ਕੋਈ ਸਤ ਸੰਗਤ ਹੁੰਦਾ ਹੋਵੇ। ਉਹਨਾਂ ਗੋਲੀਆਂ ਨੇ ਕਿਹਾ ਕਿ ਤੇਰੇ ਰਾਜੇ ਨੇ ਸਤ ਸੰਗਤ ਇਸ ਨਗਰ ਦੇ ਵਿੱਚ ਬੰਦ ਕਰ ਦਿੱਤੀ ਹੈ, ਆਪਦੇ ਰਾਜ ਦੇ ਵਿੱਚ ਕੋਈ ਸਤ ਸੰਗਤ ਨਹੀਂ ਕਰ ਸਕਦਾ। ਫਿਰ ਕਹਿੰਦੇ ਫਿਰ ਕੀ ਹੋਏਗਾ? ਉਹਨਾਂ ਗੋਲੀਆਂ ਨੇ ਕਿਹਾ ਕਿ ਅਸੀਂ ਨਾ ਰਾਤ ਨੂੰ ਗੁਫਾ ਹੈ ਪਹਾੜ ਦੀ, ਉੱਥੇ ਜਾ ਕੇ ਸਤ ਸੰਗਤ ਕਰਦੀਆਂ, ਉੱਥੇ ਕਰਾਉਂਦੇ ਹਨ ਰਾਜੇ ਤੋਂ ਚੋਰੀ, ਪਰਜਾ ਤੋਂ ਚੋਰੀ, ਜਿਹੜੇ ਅਹਿਲਕਾਰ ਨੇ ਉਹਨਾਂ ਤੋਂ ਚੋਰੀ ਜਾ ਕੇ ਉੱਥੇ ਰਾਤ ਨੂੰ ਸਤ ਸੰਗਤ ਕਰੀਦਾ ਜਦੋਂ ਸਭ ਸੌਂ ਜਾਂਦੇ ਨੇ। ਉਹ ਰਾਣੀ ਕਹਿੰਦੀ ਮੈਂ ਵੀ ਜਾਣਾ ਹੈ। ਗੋਲੀਆਂ ਕਹਿੰਦੀਆਂ ਅਸੀਂ ਇੱਦਾਂ ਨਹੀਂ ਖੜ ਸਕਦੀਆਂ, ਸਾਨੂੰ ਖਤਰਾ ਹੋ ਜਾਵੇਗਾ, ਰਾਜਾ ਸਾਨੂੰ ਖਤਮ ਕਰ ਦੇਗਾ। ਨਾ ਮੰਨਣ 'ਤੇ ਰਾਣੀ ਨੇ ਕਿਹਾ ਕਿ ਮੈਂ ਜ਼ਰੂਰ ਜਾਊਂਗੀ। ਉਹਨੇ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾ ਲਏ, ਜਿੱਦ ਕੀਤੀ ਕਿ ਜਾਣਾ ਹੀ ਜਾਣਾ ਸਤ ਸੰਗਤ ਦੇ ਵਿੱਚ। ਉਹਨਾਂ ਗੋਲੀਆਂ ਦੇ ਨਾਲ ਤਿਆਰ ਹੋ ਕੇ ਤਾਂ ਉਹ ਸਤ ਸੰਗਤ ਕਰਨ ਜਾਇਆ ਕਰੇ। ਉੱਥੇ ਹਰ ਰੋਜ਼ ਸਤ ਸੰਗਤ ਹੁੰਦੀ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਜਦੋਂ ਕੁਛ ਚਿਰ ਲੰਘਿਆ ਤੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਚੁਗਲੀ ਕਰ ਦਿੱਤੀ ਕਿ ਤੇਰੀ ਜਿਹੜੀ ਰਾਣੀ ਹੈ ਰਾਤ ਨੂੰ ਕਿਤੇ ਜਾਂਦੀ ਹੈ, ਇਹ ਕਿਸੇ ਗੈਰ ਮਰਦ ਦੇ ਨਾਲ ਇਹਦਾ ਸੰਬੰਧ ਹੈ, ਇਹ ਜਾਂਦੀ ਹੈ। ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਕਿਵੇਂ, ਕਿ ਮੈਂ ਤਾਂ ਸੁੱਤਾ ਹੁੰਦਾ ਹਾਂ, ਕਹਿੰਦੇ ਨਹੀਂ ਉਹ ਜਾਂਦੀ ਹੈ, ਤੈਨੂੰ ਪਤਾ ਨਹੀਂ ਹੈ। ਉਹਨੇ ਇੱਕ ਦਿਨ ਕੀ ਕੀਤਾ ਕਿ ਪਹਿਰਾ ਕੀਤਾ। ਰਾਤ ਨੂੰ ਰਾਣੀ ਉੱਠੀ, ਗੋਲੀਆਂ ਵਾਲੇ ਕੱਪੜੇ ਪਾ ਕੇ ਜਦੋਂ ਜਾਣ ਲੱਗੀ ਤਾਂ ਮਗਰ ਰਾਜਾ ਜਿਹੜਾ ਹੈ ਆਪਦਾ ਭੇਖ ਬਦਲ ਕੇ ਮਗਰ ਤੁਰ ਪਿਆ ਕਿ ਰਾਣੀ ਜਾਂਦੀ ਕਿੱਥੇ ਹੈ। ਕਹਿੰਦੇ ਕਿ ਜਦੋਂ ਗਿਆ ਉੱਥੇ ਗੁਫਾ ਦੇ ਵਿੱਚ ਸਤ ਸੰਗਤ ਹੋ ਰਹੀ ਹੈ, ਮਗਰ ਹੀ ਜੁੱਤੀਆਂ ਦੇ ਵਿੱਚ ਇਹ ਬੈਠ ਗਿਆ ਹੈ। ਜਦੋਂ 2-3 ਘੰਟੇ ਸਤ ਸੰਗਤ ਹੋਈ, ਪ੍ਰਭੂ ਦੇ ਅੱਗੇ ਉਹਨਾਂ ਨੇ ਅਰਦਾਸ ਬੇਨਤੀ ਸ਼ੁਕਰਾਨਾ ਕੀਤਾ। ਰਾਜੇ ਨੇ ਉੱਥੇ ਜਦੋਂ ਸਤ ਸੰਗਤ ਸੁਣੀ ਤਾਂ ਉਹਦਾ ਮਨ ਜਿਹੜਾ ਮੋਹਿਤ ਹੋ ਗਿਆ ਕਿ ਸਤ ਸੰਗਤ ਦੇ ਵਿੱਚ ਇੰਨੀ ਤਾਕਤ ਹੈ। ਪਰ ਉਹਨੂੰ ਇੱਕ ਇਹ ਗੁੱਸਾ ਸੀਗਾ ਕਿ ਰਾਣੀ ਮੈਨੂੰ ਦੱਸ ਕੇ ਕਿਉਂ ਨਹੀਂ ਇੱਥੇ ਆਈ। ਤੇ ਕਹਿੰਦੇ ਕਿ ਉਹਨੇ ਰਾਜੇ ਨੇ ਕੀ ਕੀਤਾ ਕਿ ਰਾਣੀ ਦੀ ਇੱਕ ਜੁੱਤੀ ਚੁੱਕ ਲਈ, ਕਿਉਂਕਿ ਜਿਹੜੇ ਰਾਜੇ ਮਹਾਰਾਜੇ ਬਹੁਤ ਮਹਿੰਗੀਆਂ ਹੀਰੇ ਵਾਲੀਆਂ ਸੋਨੇ ਜਦੀ ਜੜੀਆਂ ਹੋਈਆਂ ਜੁੱਤੀਆਂ ਪਾਉਂਦੇ ਨੇ। ਉਹਦੀ ਜੁੱਤੀ ਜਦੋਂ ਰਾਣੀ ਦੀ ਚੁੱਕ ਲਈ ਰਾਜੇ ਨੇ ਤੇ ਉਹ ਚੁੱਕ ਕੇ ਘਰੇ ਲੈ ਆਇਆ। ਰਾਜਾ ਪਹਿਲਾਂ ਆ ਗਿਆ। ਹੁਣ ਉੱਥੇ ਜਦੋਂ ਸਾਰੇ ਜੋੜੇ ਪਾਉਣ ਲੱਗੇ, ਜੁੱਤੀ ਪਾਉਣ ਲੱਗੇ, ਰਾਣੀ ਦੀ ਜੁੱਤੀ ਨਾ ਲੱਭੇ। ਉੱਥੇ ਸਾਰਿਆਂ ਵੇਖੋ ਕਿ ਇੱਥੇ ਦੇਖੋ ਕਿਤੇ ਜੁੱਤੀ ਪਈ ਹੋਣੀ ਹੈ, ਰਾਣੀ ਦੀ ਕੌਣ ਖੜ ਸਕਦਾ ਹੈ, ਆਪਾਂ ਥੋੜ੍ਹੇ ਹੀ ਜਾਣੇ, ਇੱਥੇ ਕੋਈ ਆਇਆ ਵੀ ਨਹੀਂ ਹੈ, ਜੁੱਤੀ ਕੌਣ ਖੜ ਸਕਦਾ ਹੈ। ਕਹਿੰਦੇ ਕਿ ਵਾਹਵਾ ਚਿਰ ਦੇਖਦੇ ਰਹੇ ਤਾਂ ਸਾਰੇ ਉਦਾਸ ਹੋ ਗਏ ਕਿ ਜੇ ਨਾ ਘਰੇ ਇਹ ਜੁੱਤੀ ਪਾ ਕੇ ਗਈ, ਰਾਜੇ ਨੇ ਪੁੱਛ ਲਿਆ ਤੇ ਇਹਦੀ ਸ਼ਾਮਤ ਆ ਜਾਵੇਗੀ, ਭਾਵ ਕਿ ਰਾਜਾ ਇਹਨੂੰ ਬਖਸ਼ੇਗਾ ਨਹੀਂ। ਹੁਣ ਕੀ ਕੀਤਾ ਜਾਵੇ? ਉਹ ਜਿਹੜੇ ਸੇਵਾਦਾਰ ਸਨ, ਪ੍ਰਭੂ ਦੀ ਸਿਫਤ ਸਲਾਹ ਕਰਾਉਂਦੇ ਸਨ, ਕਹਿੰਦੇ ਆਪਾਂ ਜੀ ਦੀ ਸਿਫਤ ਸਲਾਹ ਕਰ ਰਹੇ ਆ ਨਾ, ਹੁਣ ਉਹਦੇ ਅੱਗੇ ਅਰਦਾਸ ਬੇਨਤੀ ਕਰੀਏ, ਉਹ ਹੀ ਆਪਣੇ ਰੱਖਿਆ ਕਰ ਸਕਦਾ ਹੈ। ਕਹਿੰਦੇ ਇਸੇ ਤਰ੍ਹਾਂ ਹੋਇਆ। ਪਰਮਾਤਮਾ ਦੇ ਅੱਗੇ ਸਿਫਤ ਸਲਾਹ ਕੀਤੀ, ਅਰਦਾਸ ਬੇਨਤੀ ਉਹਨਾਂ ਨੇ ਕੀਤੀ ਕਿ ਰਾਣੀ ਦੀ ਜੁੱਤੀ ਕਿੱਧਰ ਗਈ ਹੈ, ਲੱਭ ਕੇ ਦਿਓ, ਕਿਰਪਾ ਕਰੋ। ਕਹਿੰਦੇ ਉਹ ਕੁਝ ਚਿਰ ਬਾਅਦ ਜਿਹੜੀ ਜੁੱਤੀ ਹੈ ਉਹ ਹਾਜ਼ਰ ਹੋ ਗਈ ਉੱਥੇ। ਕਹਿੰਦੇ ਜਦੋਂ ਜੁੱਤੀ ਹਾਜ਼ਰ ਹੋਈ ਤੇ ਉਹ ਰਾਣੀ ਨੇ ਜਦੋਂ ਪਤਾ ਲੱਗਾ ਕਿ ਜੁੱਤੀ ਮਿਲ ਗਈ ਹੈ, ਉਹ ਜੁੱਤੀ ਪਾ ਕੇ ਘਰੇ ਆ ਗਈ। ਜਦੋਂ ਘਰੇ ਆਈ ਤੇ ਰਾਤ ਨੂੰ ਜਦੋਂ ਦਿਨ ਚੜ੍ਹਿਆ, ਸਭਾ ਲੱਗੀ, ਰਾਜੇ ਨੇ ਸੱਦਿਆ ਰਾਣੀ ਨੂੰ। ਕਹਿੰਦੇ ਸਭਾ ਵਿੱਚ ਸੱਦ ਕੇ ਲਿਆਓ ਉਹਨੂੰ। ਜੋ ਸੱਦ ਕੇ ਲਿਆਂਦਾ ਤੇ ਕਹਿੰਦੇ ਰਾਣੀ
ਜਿਹੜੀ ਤੈਨੂੰ ਮੈਂ ਹੀਰਿਆਂ ਦੀ ਜੜੀ ਹੋਈ ਜੁੱਤੀ ਲੈ ਕੇ ਦਿੱਤੀ ਸੀ, ਉਹ ਜੁੱਤੀ ਪਾ ਕਿੱਥੇ ਹੈ? ਕਹਿੰਦੇ ਕਿ ਰਾਜਨ ਉਹ ਅੰਦਰ ਪਈ ਹੈ, ਮੇਰੇ ਕੋਲ ਹੀ ਹੈ। ਕਹਿੰਦੇ ਨਹੀਂ, ਲਿਆ ਕੇ ਦਿਖਾ ਮੈਨੂੰ। ਉਹਨੂੰ ਆਪਦਾ ਸ਼ੱਕ ਸੀ, ਇਹ ਜੁੱਤੀਆਂ ਭਾਵ ਕਿ ਜੋੜਾ ਕਿਵੇਂ ਲਿਆ ਸਕਦੀ ਹੈ, ਮੈਂ ਤਾਂ ਚੁੱਕ ਕੇ ਲਿਆਇਆ ਸੀਗਾ। ਕਹਿੰਦੇ ਜਦੋਂ ਲੈ ਕੇ ਆਇਆ, ਜਦੋਂ ਲਿਆਂਦੀ, ਰਾਣੀ ਨੇ ਦਿਖਾਈ ਆਣ ਕੇ ਦੋਵੇਂ ਜੁੱਤੀਆਂ ਇੰਨ ਬਿੰਨ ਜਿੱਦਾਂ ਦੀਆਂ ਸਨ ਉੱਦਾਂ ਦੀਆਂ ਜਦੋਂ ਦੇਖੀਆਂ। ਇੱਕ ਜੁੱਤੀ ਜਿਹੜਾ ਰਾਜਾ ਚੁੱਕ ਕੇ ਲਿਆਇਆ ਸੀ, ਉਹ ਵੀ ਕੋਲ ਰੱਖ ਕੇ ਬੈਠਾ ਸੀਗਾ। ਜਦੋਂ ਉਹਨੇ ਕੱਪੜੇ ਦੇ ਵਿੱਚੋਂ ਦੂਜੀ ਜੁੱਤੀ ਜਿਹੜੀ ਚੁੱਕ ਕੇ ਲਿਆਂਦੀ ਸੀ ਉਹ ਕੱਢ ਕੇ ਦੇਖਿਆ ਤੇ ਇੰਨ ਬਿੰਨ, ਕਹਿੰਦੇ ਇਹ ਰਾਣੀ ਨੂੰ ਪੁੱਛਦਾ, ਇਹ ਜੁੱਤੀ ਕਿੱਥੋਂ ਆਈ ਹੈ? ਕਹਿੰਦੇ ਕਿ ਜੁੱਤੀ ਉੱਥੇ ਪਾ ਕੇ ਗਈ ਸੀ ਤੇ ਉਹ ਜੁੱਤੀ ਹੈ, ਮੈਂ ਤਾਂ ਜਿਹੜੀ ਪਾਉਂਦੀ ਹਾਂ ਜੁੱਤੀ ਉਹ ਮੇਰੇ ਕੋਲ ਜੁੱਤੀ ਹੈ। ਕਹਿੰਦੇ ਨਹੀਂ, ਤੂੰ ਰਾਤ ਕਿਤੇ ਜਾਨੀ, ਮੈਂ ਤੇਰੇ ਮਗਰ ਗਿਆ ਸੀਗਾ, ਤੁਸੀਂ ਸਤ ਸੰਗਤ ਕਰਦੇ ਹੋ, ਮੈਨੂੰ ਪਤਾ ਲੱਗਾ ਉੱਥੇ। ਤੇ ਉਹ ਰਾਣੀ ਕਹਿੰਦੀ ਹਾਂ ਰਾਜਨ, ਅਸੀਂ ਜਾਂਦੇ ਸੀ, ਮੈਂ ਜਦੋਂ ਵਿਆਹ ਤੋਂ ਪਹਿਲਾਂ ਵੀ ਆਪਦੇ ਘਰ ਦੇ ਵਿੱਚੋਂ ਸਤ ਸੰਗਤ ਕਰਨ ਜਾਂਦੀ ਸੀ। ਇੱਥੇ ਕਹਿੰਦੇ ਕਿ ਤੁਸੀਂ ਜਿਹੜਾ ਸਤ ਸੰਗਤ ਬੰਦ ਕਰ ਦਿੱਤਾ ਹੈ, ਮੈਨੂੰ ਪਤਾ ਲੱਗਿਆ। ਅਸੀਂ ਫਿਰ ਉੱਥੇ ਗੁਫਾ ਦੇ ਵਿੱਚ ਸਤ ਸੰਗਤ ਕਰਨ ਜਾਂਦੇ ਸੀਗੇ। ਕਹਿੰਦੇ ਕਿ ਇਹ ਜੁੱਤੀ ਫਿਰ ਕਿੱਥੋਂ ਆਈ ਹੈ? ਮੈਂ ਤਾਂ ਜੁੱਤੀ ਚੁੱਕ ਕੇ ਲਿਆਂਦੀ ਸੀਗੀ, ਇਹ ਜੁੱਤੀ ਕਿੱਥੋਂ ਆਈ? ਕਹਿੰਦੇ ਕਿ ਉੱਥੇ ਜੁੱਤੀ ਤਾਂ ਹਾਂ ਗਵਾਚ ਗਈ ਸੀ, ਸਾਨੂੰ ਨਹੀਂ ਪਤਾ ਸੀਗਾ ਕਿ ਜੁੱਤੀ ਇਹ ਤੁਸੀਂ ਚੁੱਕ ਕੇ ਲੈ ਆਏ। ਪਰ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਉਹਨਾਂ ਸੇਵਾਦਾਰਾਂ ਨੇ, ਸਾਰੀ ਸੰਗਤ ਨੇ ਅਰਦਾਸ ਕੀਤੀ, ਕਰਨ ਤੋਂ ਬਾਅਦ ਇਹ ਜੁੱਤੀ ਪ੍ਰਾਪਤ ਹੋਈ ਸਾਨੂੰ। ਫਿਰ ਉਹ ਰਾਜਾ ਮੋਹਿਤ ਹੋ ਗਿਆ ਕਿ ਸਤ ਸੰਗਤ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਭਾਵ ਕਿ ਜੁੱਤੀ ਮੈਂ ਚੁੱਕ ਕੇ ਲਿਆਂਦੀ ਤੇ ਜੁੱਤੀ ਹਾਜ਼ਰ ਹੋ ਗਈ। ਤੇ ਫਿਰ ਉਸ ਸਮੇਂ ਤੋਂ ਰਾਜੇ ਨੇ ਉਹ ਜਿਹੜਾ ਸਤ ਸੰਗਤ ਆਪ ਕਰਾਉਣੀ ਸ਼ੁਰੂ ਕਰ ਦਿੱਤੀ, ਥਾਂ ਥਾਂ 'ਤੇ ਸਤ ਸੰਗਤ ਕਰਾਉਣੀ ਸ਼ੁਰੂ ਕਰ ਦਿੱਤੀ, ਧਰਮਸ਼ਾਲਾ ਖੋਲ੍ਹ ਦਿੱਤੀਆਂ ਕਿ ਪਰਮਾਤਮਾ ਦੇ ਨਾਮ ਦੇ ਵਿੱਚ ਐਡੀ ਵੱਡੀ ਤਾਕਤ ਹੈ। ਤੇ ਆਓ ਸਤਿਗੁਰੂ ਜੀ ਕਿਰਪਾ ਕਰਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਵੇਂ ਸਿੱਧ ਸਵਾਲ ਕਰਦੇ ਨੇ, ਸਤਿਗੁਰਾਂ ਨੂੰ ਪ੍ਰਸ਼ਨ ਕਰਦੇ ਨੇ, ਉਵੇਂ ਉਵੇਂ ਸਤਿਗੁਰੂ ਜੀ ਉੱਤਰ ਦਿੰਦੇ ਨੇ। ਅੱਜ ਦੀ ਆਪਾਂ ਅਗਲੀਆਂ ਪੰਕਤੀਆਂ ਜਿਹੜੀਆਂ, ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਣ ਇਸ ਪੰਕਤੀ ਦੇ ਵਿੱਚ ਜੋ ਸਤਿਗੁਰਾਂ ਨੂੰ ਸਿੱਧਾਂ ਨੇ ਪੁੱਛਿਆ ਕਿ ਦੁੱਖ ਸੁੱਖ ਤਾਂ ਕਰਮਾਂ ਦਾ ਚਲੋ ਮਨੁੱਖ ਭੋਗਦਾ ਹੈ, ਤੇ ਇਹ ਦੱਸੋ ਪਰਮਾਤਮਾ ਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਤੇ ਪਰਮਾਤਮਾ ਦੁੱਖ ਕਿਉਂ ਦਿੰਦਾ ਹੈ? ਤੇ ਸਤਿਗੁਰੂ ਜੀ ਕਹਿੰਦੇ ਉਹ ਆਪਦੇ ਕਰਮਾਂ ਦਾ ਭੋਗਦਾ ਹੈ ਮਨੁੱਖ, ਉਹਦੇ ਕਰਮ ਜਿਹੋ ਜਿਹੇ ਬੀਜੇ ਨੇ ਉਹ ਵੱਢਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ, ਬਖਸ਼ੀਸ ਕਹਿੰਦੇ ਨੇ ਬਖਸ਼ਿਸ਼ ਨੂੰ, ਰਹਿਮਤ ਨੂੰ, ਕਿ ਉਹਦੀ ਰਹਿਮਤ ਹੋ ਜਾਂਦੀ ਹੈ ਜਿਹਦੇ ਤੇ, ਜਿਹਦੇ ਕਰਮ ਚੰਗੇ ਹੋ ਜਾਂਦੇ ਨੇ, ਸਤ ਸੰਗਤ ਕੀਤਿਆਂ, ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਉਹਦੇ ਤੇ ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਭਾਵ ਕਿ ਸ਼ਿਵਰਾਤਰੀ ਦਾ ਮੇਲਾ ਲੱਗਿਆ ਸੀ ਅਚਲ ਬਟਾਲੇ, ਕਹਿੰਦੇ ਸਤਿਗੁਰੂ ਜੀ ਉੱਥੇ ਗਏ, ਸਿੱਧਾਂ ਨੇ ਬੜੀਆਂ ਆਪਦੀਆਂ ਸ਼ਕਤੀਆਂ ਜਦੋਂ ਦਿਖਾਈਆਂ, ਦਿਖਾਉਣ ਤੋਂ ਬਾਅਦ ਜਦੋਂ ਹਾਰ ਗਏ, ਸਾਰੀਆਂ ਸ਼ਕਤੀਆਂ ਸਤਿਗੁਰਾਂ ਨੇ ਉਹਨਾਂ ਦੀਆਂ ਖੋਹ ਲਈਆਂ ਸਨ, ਗੁਪਤ ਕਰ ਦਿੱਤੀਆਂ ਸਨ, ਉਹਨਾਂ ਨੂੰ ਹੌਲਾ ਕਰ ਦਿੱਤਾ, ਸ਼ਕਤੀਹੀਣ ਕਰ ਦਿੱਤਾ। ਤੇ ਕਹਿੰਦੇ ਜਦੋਂ ਸਾਰੇ ਸ਼ਕਤੀਹੀਣ ਹੋ ਗਏ, ਕਹਿੰਦੇ ਇੱਕ ਉੱਥੇ ਭਾਈ ਸੰਗਤੀਆ ਹੋਇਆ ਹੈ, ਕਹਿੰਦੇ ਉਹਦਾ ਪਰਿਵਾਰ ਭਾਵ ਕਿ ਮਿਸਤਰੀ ਦਾ ਕੋਈ ਕੰਮ ਕਰਦੇ ਸਨ। ਕਹਿੰਦੇ ਕਿ ਉਹ ਆਇਆ ਪਰਿਵਾਰ ਤੇ ਉਹਨੇ ਆਣ ਕੇ ਬੇਨਤੀ ਕੀਤੀ, ਪਿਤਾ ਨੇ ਭਾਈ ਸੰਗਤੀਏ ਦੇ ਨੇ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਅੱਗੇ ਕੁਛ ਚਿਰ ਪਹਿਲਾਂ ਅਰਦਾਸ ਕੀਤੀ ਸੀ। ਹੁਣ ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਭਾਵ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਨਮੁਖ ਹੋ ਕੇ ਅਰਦਾਸ ਕਰੀਏ, ਪ੍ਰਮਾਤਮਾ ਸਦਾ ਹੀ ਅੰਗ ਸੰਗ ਰਹਿੰਦਾ ਹੈ। ਤੇ ਉਹਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਅਰਦਾਸ ਕੀਤੀ ਸੀ, ਜਿਵੇਂ ਆਪਾਂ ਕਈ ਵਾਰ ਘਰੇ ਬੈਠੇ ਹੀ ਅਰਦਾਸ ਕਰਦੇ, ਸਤਿਗੁਰੂ ਸਾਡਾ ਕੰਮ ਕਰਦੇ ਅਸੀਂ ਆਹ ਸੇਵਾ ਕਰਾਂਗੇ, ਆਹ ਚੀਜ਼ ਬਣਾਵਾਂਗੇ ਜਾਂ ਅਖੰਡ ਪਾਠ ਸਾਹਿਬ ਕਰਾਵਾਂਗੇ। ਇਸ ਤਰ੍ਹਾਂ ਜਦੋਂ ਉਹਦੇ ਪਿਤਾ ਨੇ ਅਰਦਾਸ ਕੀਤੀ, ਕਹਿੰਦੇ ਕਿ ਮੈਂ ਤੁਹਾਡੇ ਅੱਗੇ ਅਰਦਾਸ ਕੀਤੀ ਸੀਗੀ ਕਿ ਮੇਰੇ ਘਰ ਕੋਈ ਵੀ ਔਲਾਦ ਹੁੰਦੀ ਸੀ ਤੇ ਜਵਾਨ ਨਹੀਂ ਹੁੰਦੀ ਸੀ, ਪਹਿਲਾਂ ਹੀ ਮਰ ਜਾਂਦੀ ਸੀ।
ਤੇ ਮੈਂ ਬੜੇ ਪੀਰ ਫਕੀਰਾਂ ਅੱਗੇ ਬੜੀਆਂ ਅਰਦਾਸਾਂ ਬੇਨਤੀਆਂ ਬਹੁਤ ਕਰਾਈਆਂ, ਪਰ ਨਹੀਂ ਗੱਲ ਬਣੀ। ਮੇਰੇ 11-12 ਪੁੱਤਰ ਮਰ ਚੁੱਕੇ ਨੇ, ਤੇ ਆਹ ਪੁੱਤਰ ਹੁਣ ਜਿਉਂਦਾ ਹੈ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ। ਮੈਂ ਤੁਹਾਡੇ ਘਰ ਦੇ ਦਰ ਦੇ ਅੱਗੇ ਅਰਦਾਸ ਕੀਤੀ ਸੀ ਮਨ ਹੀ ਮਨ ਕਿ ਮੇਰਾ ਇਹ ਪੁੱਤਰ ਜਿਉਂਦਾ ਰਹਿ ਜਾਵੇ। ਇਹ ਪੁੱਤਰ ਤੁਹਾਨੂੰ ਮੈਂ ਅਰਪਣ ਕਰ ਦੇਵਾਂਗਾ, ਗੁਰੂ ਨਾਨਕ ਦੇ ਘਰ ਮੈਂ ਭਾਵ ਕਿ ਪੁੱਤਰ ਦੇ ਦੇਵਾਂਗਾ, ਇਹਨੂੰ ਕੁਛ ਨਾ ਹੋਵੇ। ਕਹਿੰਦੇ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਈ, ਇਹ ਪੁੱਤਰ ਜਿੰਦਾ ਹੈ। ਹੁਣ ਇਹ 12 ਸਾਲਾਂ ਦਾ ਹੋ ਗਿਆ ਹੈ। ਇਹ ਤੁਹਾਡੀ ਕਿਰਪਾ ਸਦਕਾ ਦੇ ਨਾਲ ਇਹ ਪੁੱਤਰ ਹੁਣ ਮੈਂ ਤੁਹਾਨੂੰ ਦੇਣ ਵਾਸਤੇ ਆਇਆ ਹਾਂ। ਇਹਦਾ ਨਾਮ ਸੰਗਤੀਆ ਰੱਖਿਆ ਹੈ। ਕਹਿੰਦੇ ਕਿ ਜੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਤਰ ਅਰਪਣ ਕੀਤਾ, ਕਹਿੰਦੇ ਕਿ ਮੈਨੂੰ ਦੇ ਦਿੱਤਾ ਹੈ। ਕਹਿੰਦੇ ਹਾਂਜੀ, ਹੁਣ ਤੁਹਾਡਾ ਹੈ ਪੁੱਤਰ, ਇਹ ਤੁਸੀਂ ਰੱਖੋ ਹੁਣ। ਅਤੇ ਉਹ ਜਿਹੜਾ ਸੰਗਤੀਆ ਸੀ, ਸਤਿਗੁਰਾਂ ਨੇ ਹੁਕਮ ਕਰ ਦਿੱਤਾ, ਕਹਿੰਦੇ ਹੇ ਭਾਈ, ਹੁਣ ਤੇਰੇ ਪਿਤਾ ਨੇ ਮੈਨੂੰ ਦੇ ਦਿੱਤਾ ਹੈ ਅਤੇ ਹੁਣ ਤੈਨੂੰ ਮੇਰਾ ਹੁਕਮ ਮੰਨਣਾ ਪਵੇਗਾ। ਅਤੇ ਉਹ ਭਾਈ ਸੰਗਤੀਆ ਜਿਹੜਾ ਸੀਗਾ 12 ਕੁ ਸਾਲ ਦੀ ਉਮਰ, 'ਤੇ ਕਹਿੰਦੇ ਹੁਕਮ ਕਰੋ ਸਤਿਗੁਰੂ। ਅਤੇ ਸਤਿਗੁਰਾਂ ਨੇ ਕਿਹਾ ਇੱਥੇ ਤੂੰ ਚਿਖਾ ਬਾਲ, ਅੱਗ ਦੀ ਚਿਖਾ ਬਾਲ, ਉਹਦੇ ਵਿੱਚ ਸੜ ਜਾ। ਕਹਿੰਦੇ ਤੂੰ ਸੜ ਜਾ। ਅਤੇ ਇਸੇ ਤਰ੍ਹਾਂ ਉਸਨੇ ਕੀਤਾ, ਅੱਗ ਬਾਲੀ। ਅੱਗ ਬਾਲਣ ਤੋਂ ਬਾਅਦ ਉਹ ਚਿਖਾ ਦੇ ਵਿੱਚ ਬੈਠ ਗਿਆ। ਕਿੰਨਾ ਚਿਰ ਬੈਠਾ ਰਿਹਾ। ਬਹਿਣ ਤੋਂ ਬਾਅਦ ਸਾਰੇ ਭਾਵ ਕਿ ਸਿੱਧ ਦੇਖ ਰਹੇ ਨੇ, ਹੋਰ ਲੋਕ ਇਕੱਠੇ ਹੋਏ ਨੇ, ਦੇਖ ਰਹੇ ਨੇ। ਸ਼ਿਵਰਾਤਰੀ ਦਾ ਮੇਲਾ ਸੀ, ਲੋਕ ਗਏ ਹੋਏ ਸਨ, ਸਾਰੇ ਉੱਥੇ ਇਕੱਠੇ ਹੋ ਕੇ ਦੇ ਰਹੇ ਨੇ ਕਿ ਭਾਵ ਕਿ ਗੁਰੂ ਨਾਨਕ ਨੇ ਇਹ ਕੀ ਕੀਤਾ ਕਿ ਬੱਚੇ ਨੂੰ ਅੱਗ ਦੇ ਵਿੱਚ ਬਿਠਾ ਦਿੱਤਾ ਹੈ। ਕਿੰਨਾ ਚਿਰ ਬੈਠਾ ਰਿਹਾ। ਜੋ ਬੈਠਣ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਵਾਜ਼ ਮਾਰੀ, ਕਹਿੰਦੇ ਆ ਹੁਣ ਬਾਹਰ ਆ ਜਾ। ਕਿਉਂਕਿ ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਸਨ। ਕਹਿੰਦੇ ਬਾਹਰ ਆ ਜਾ। ਉਹ ਜਦੋਂ ਬਾਹਰ ਆਇਆ, ਉਹ ਅੱਗ ਦੇ ਵਿੱਚ ਬੈਠਿਆਂ ਬੈਠਿਆਂ ਹੀ ਸਤਿਗੁਰਾਂ ਨੇ ਉਹਨੂੰ ਬ੍ਰਹਮ ਗਿਆਨ ਕਰਾ ਦਿੱਤਾ। ਐਸੀ ਬਖਸ਼ਿਸ਼ ਕਰ ਦਿੱਤੀ ਕਿਉਂਕਿ ਉਹਨੇ ਗੁਰੂ ਨਾਨਕ ਦਾ ਹੁਕਮ ਮੰਨ ਲਿਆ। ਜਦੋਂ ਉਹਦੇ 'ਤੇ ਬਖਸ਼ਿਸ਼ ਹੋ ਗਈ, ਤਿੰਨਾਂ ਲੋਕਾਂ ਦਾ ਉਹਨੂੰ ਗਿਆਨ ਹੋ ਗਿਆ। ਜਦੋਂ ਬਾਹਰ ਆਇਆ, ਵੇਖਿਆ ਕਿ ਉਹਦਾ ਚਿਹਰਾ ਬੜਾ ਮਗਦਾ ਹੈ। ਐਸੀ ਕਿਰਪਾ ਹੋ ਗਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ। ਜਦੋਂ ਬਾਹਰ ਆਇਆ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਕਹਿੰਦੇ ਤੂੰ ਹੁਕਮ ਮੰਨਿਆ ਹੈ, ਹੁਣ ਵਾਕਿਆ ਹੀ ਤੂੰ ਮੇਰਾ ਹੋ ਚੁੱਕਿਆ ਹੈ। ਫਿਰ ਕਹਿੰਦੇ ਤੂੰ ਮੰਗ ਕੀ ਮੰਗਣਾ ਹੈ। ਕਿਉਂਕਿ ਜਿੰਨੀ ਅਵਸਥਾ ਉੱਚੀ ਹੋ ਜਾਂਦੀ ਹੈ, ਉਹਦੀਆਂ ਸਾਰੀਆਂ ਹੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਕਿਉਂਕਿ ਉਹਨੂੰ ਤਾਂ ਸਾਰੇ ਸੰਸਾਰ ਦਾ, ਤਿੰਨਾਂ ਲੋਕਾਂ ਦਾ ਰਾਜ ਹੀ ਮਿਲ ਜਾਂਦਾ ਹੈ। ਬ੍ਰਹਮ ਅਵਸਥਾ ਜਦੋਂ ਮਨੁੱਖ ਪਹੁੰਚ ਜਾਂਦਾ ਹੈ, ਉਹਦੇ ਹੱਥ ਦੇ ਵਿੱਚ ਸਭ ਕੁਝ ਹੋ ਜਾਂਦਾ, ਜੋ ਮਰਜ਼ੀ ਕਰ ਸਕਦਾ ਹੈ। ਕਹਿੰਦੇ ਕਿ ਸਤਿਗੁਰਾਂ ਨੇ ਹੁਕਮ ਕੀਤਾ, ਹੁਣ ਤੂੰ ਮੰਗ ਕੀ ਮੰਗਣਾ ਹੈ, ਤੇਰੇ 'ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਅਤੇ ਉਹ ਕਹਿੰਦਾ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਕੁਛ ਨਹੀਂ ਚਾਹੀਦਾ। ਆਹ ਵਿਚਾਰੇ ਜਿਹੜੇ ਸਿੱਧ ਬੈਠੇ ਨੇ, ਇਹਨਾਂ ਨੂੰ ਸ਼ਕਤੀਹੀਣ ਹੋ ਚੁੱਕੇ ਨੇ, ਇਹਨਾਂ ਨੇ ਹੰਕਾਰ ਕੀਤਾ ਸੀਗਾ। ਕਿਰਪਾ ਕਰਕੇ ਨਿਮਰਤਾ ਦੇ ਵਿੱਚ ਆਏ ਨੇ, ਇਹਨਾਂ ਦੇ ਸਾਰੀਆਂ ਹੀ ਸ਼ਕਤੀਆਂ ਵਾਪਸ ਕਰ ਦਿਓ ਇਹਨਾਂ ਨੂੰ। ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਸ਼ਕਤੀਆਂ ਹੁਣ ਵਾਪਸ ਇਹ ਕਰਨ ਦੇ ਵੈਸੇ ਯੋਗ ਨਹੀਂ। ਇਹ ਲੋਕਾਂ ਨੂੰ ਕਰਮ ਕਾਂਡ ਕਰਕੇ ਸ਼ਕਤੀਆਂ ਵਿਖਾ ਕੇ ਡਰਾਉਂਦੇ ਅਤੇ ਭਰਮਾ ਕੇ ਆਪਦੇ ਮਗਰ ਲਾਉਂਦੇ ਨੇ। ਇਹ ਪਰਮਾਤਮਾ ਦਾ ਨਾਮ ਨਹੀਂ ਜਪਾਉਂਦੇ, ਇਸ ਕਰਕੇ ਸ਼ਕਤੀਆਂ ਦੇ ਲਾਇਕ ਨਹੀਂ। ਪਰ ਤੂੰ ਕਿਹਾ ਹੈ, ਤੇਰਾ ਅਸੀਂ ਬਚਨ ਮੰਨਦੇ ਹਾਂ। ਕਿਉਂਕਿ ਤੂੰ ਬਚਨ ਕੀਤਾ, ਮੰਨਣ ਵਾਸਤੇ ਅਸੀਂ ਤੇਰਾ ਬਚਨ ਮੰਨਾਂਗੇ। ਇਹਨਾਂ ਦੀਆਂ ਸਾਰਿਆਂ ਦੀਆਂ ਸ਼ਕਤੀਆਂ ਵਾਪਸ ਕਰ ਦਿੰਦੇ ਹਾਂ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਵਾਪਸ ਕੀਤੀਆਂ ਅਤੇ ਭਾਈ ਸੰਗਤੀਏ 'ਤੇ ਬਖਸ਼ਿਸ਼ ਕੀਤੀ। ਕਿਉਂਕਿ ਉਹਨੇ ਹੁਕਮ ਮੰਨਿਆ ਸੀ ਸਤਿਗੁਰਾਂ ਦਾ। ਇਸੇ ਤਰ੍ਹਾਂ ਹੀ ਭਾਈ ਲਹਿਣਾ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਤਾਂ ਉਹ ਗੁਰਤਾ ਗੱਦੀ 'ਤੇ ਬੈਠੇ। ਅਤੇ ਅੱਜ ਤਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਾਉਂਦੇ ਹਨ। ਇਸ ਕਰਕੇ ਜਿਨ੍ਹਾਂ ਨੇ ਉਹਦਾ ਹੁਕਮ ਮੰਨ ਲਿਆ ਕਿ ਸੱਤ ਹੈ ਸਭ ਕੁਛ, ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਜਿਵੇਂ ਕੋਈ ਸਾਡੇ ਘਰ ਦੇ ਵਿੱਚ ਭਾਣਾ ਵਰਤ ਜਾਵੇ, ਉਹ ਭਾਣੇ ਦੇ ਵਿੱਚ ਆਪਾਂ ਕਿਸੇ ਨੂੰ ਹੌਸਲਾ ਦਿੰਦੇ ਹਾਂ ਬਈ ਇਹ ਤਾਂ ਪਰਮਾਤਮਾ ਦਾ ਹੀ ਭਾਣਾ ਹੈ।
ਮਰਨਾ ਤੇ ਜਿਉਣਾ ਉਹਦੇ ਹੱਥ ਵਿੱਚ ਲਿਖਿਆ ਹੈ। ਕਹਿੰਦੇ ਜਦੋਂ ਆਪਦੇ ਘਰ ਦੇ ਵਿੱਚ ਇਹ ਭਾਣਾ ਮੰਨ ਵਰਤ ਜਾਵੇ ਉਦੋਂ ਕਹਿ ਦਿੰਦੇ ਕਿ ਕਹਿਰ ਵਰਤਿਆ ਹੈ, ਭਾਵ ਕਿ ਉਦੋਂ ਮਨੁੱਖ ਭਾਣਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਕਿਸੇ ਨੂੰ ਜਾ ਕੇ ਕਹਿੰਦਾ ਕਿ ਭਾਣਾ ਉਹਦਾ ਹੀ ਹੋਇਆ ਹੈ ਤੇ ਆਪਦੇ ਘਰ ਵੀ ਉਹੋ ਹੀ ਗੱਲ ਕਿਹਾ ਕਰ, ਤੇ ਗੁਰੂ ਦਾ ਹੀ ਹੁਕਮ ਹੈ, ਇਹ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਹ ਸੰਗਤੀਏ ਨੇ ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਮੰਨਿਆ ਤੇ ਉਹਨਾਂ ਤੇ ਕਿਰਪਾ ਹੋਈ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ। ਭਵਾਈਐ ਦਾ ਮਤਲਬ ਕਿ ਉਹ ਜਨਮ ਮਰਨ ਦੇ ਗੇੜੇ ਦੇ ਵਿੱਚ ਪਿਆ ਰਹਿੰਦਾ ਹੈ, ਮਨੁੱਖ ਜੂਨਾਂ ਦੇ ਵਿੱਚ ਜਾਂਦਾ ਹੈ ਜਿਹੜਾ ਹੁਕਮ ਨਹੀਂ ਮੰਨਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੇਲੇ ਇਤਿਹਾਸ ਦੇ ਵਿੱਚ ਆਉਂਦਾ ਹੈ, ਮੂਲਾ ਖੱਤਰੀ ਹੋਇਆ ਹੈ ਤੇ ਸਤਿਗੁਰੂ ਜੀ ਜਦੋਂ ਸਿਆਲਕੋਟ ਦੇ ਵਿੱਚ ਗਏ, ਉੱਥੇ ਜਾ ਕੇ ਭਾਈ ਮਰਦਾਨੇ ਨੂੰ ਕਿਹਾ ਕਿ ਆਹ ਲੈ, ਇੱਕ ਤੈਨੂੰ ਆ ਟਕਾ ਦਿੰਦੇ ਹਾਂ, ਮੋਹਰ ਦਿੰਦੇ ਹਾਂ, ਸੋਨੇ ਦੀ ਮੋਹਰ ਲੈ ਕੇ ਜਾ, ਇਹਦੇ ਨਾਲ ਬਾਜ਼ਾਰ ਦੇ ਵਿੱਚੋਂ ਇੱਕ ਸੱਚ ਤੇ ਇੱਕ ਝੂਠ ਖਰੀਦ ਕੇ ਲਿਆ। ਇਹਨਾਂ ਦੋਵਾਂ 'ਚੋਂ ਇੱਕ ਚੀਜ਼ ਖਰੀਦ ਕੇ ਲਿਆ, ਸੱਚ ਤੇ ਝੂਠ ਲੈ ਕੇ ਆ। ਤੇ ਕਹਿੰਦੇ ਸਾਰੀਆਂ ਦੁਕਾਨਾਂ 'ਤੇ ਫਿਰਿਆ ਤੇ ਦੁਕਾਨਾਂ ਵਾਲਿਆਂ ਨੇ ਕਿਹਾ ਇਹ ਦੁਕਾਨਾਂ 'ਤੇ ਕੀ ਚੀਜ਼, ਇਹ ਤਾਂ ਕਿਤਿਓਂ ਵੀ ਨਹੀਂ ਮਿਲਣੀ, ਸੱਚ ਤੇ ਝੂਠੇ ਕੋਈ ਵੀ ਚੀਜ਼ ਨਹੀਂ ਹੈ, ਇਹ ਤਾਂ ਕਿਤਿਓਂ ਵੀ ਨਹੀਂ ਮਿਲਣੀ। ਕਹਿੰਦੇ ਉਹਨੇ ਚਿਰ ਨੂੰ ਜਿਹੜਾ ਮੂਲਾ ਖੱਤਰੀ ਸੀ ਆਪਣੀ ਦੁਕਾਨ ਕਰਦਾ ਸੀ ਕਰਿਆਨੇ ਦੀ, ਉਹਦੀ ਦੁਕਾਨ 'ਤੇ ਗਏ, ਜੋ ਉਹਨੂੰ ਕਿਹਾ ਕਿ ਮੈਨੂੰ ਸੱਚ ਤੇ ਝੂਠ ਦੇ, ਤੇ ਝੂਠ ਜਦੋਂ ਇਹ ਭਾਈ ਮਰਦਾਨਾ ਜੀ ਨੇ ਕਿਹਾ ਤੇ ਉਹ ਮੂਲੇ ਖੱਤਰੀ ਨੇ ਉਹ ਜਿਹੜਾ ਟਕਾ ਉਹ ਮੋਹਰ ਰੱਖ ਲਈ। ਰੱਖਣ ਤੋਂ ਬਾਅਦ ਕਲਮ ਲੈ ਕੇ ਇੱਕ ਕਾਗਜ਼ 'ਤੇ ਲਿਖ ਦਿੱਤਾ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਦੋਂ ਇਹ ਲਿਖ ਕੇ ਦਿੱਤਾ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੋਲੇ ਭਾਈ ਮਰਦਾਨਾ ਜੀ ਲੈ ਕੇ ਆਏ। ਜੋ ਦੇਖਿਆ ਪੜ੍ਹਿਆ ਤੇ ਕਹਿੰਦੇ ਕਿ ਕਿੰਨੇ ਦਿੱਤਾ ਹੈ, ਕਹਿੰਦੇ ਇੱਕ ਮੂਲਾ ਖੱਤਰੀ ਹੈ, ਨਾਂ ਹੈ, ਉਹ ਕਰਿਆਨੇ ਦੁਕਾਨ ਹੈ, ਉਹਨੇ ਸੌਦਾ ਇਹ ਲਿਖ ਕੇ ਦੇ ਦਿੱਤਾ ਹੈ। ਤੇ ਕਹਿੰਦੇ ਕਿ ਜਦੋਂ ਇਹ ਲਿਖ ਕੇ ਦਿੱਤਾ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਓ ਜਾ ਉਹਨੂੰ ਬੁਲਾ ਕੇ ਲੈ ਕੇ ਆ ਹੁਣ। ਤੇ ਕਹਿੰਦੇ ਕਿ ਮੂਲੇ ਖੱਤਰੀ ਨੂੰ ਭਾਈ ਮਰਦਾਨਾ ਜੀ ਬੁਲਾ ਕੇ ਲਿਆਏ। ਉਹਨੇ ਆਣ ਕੇ ਮੂਲੇ ਖੱਤਰੀ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਹੀ ਉਹਦੇ ਕਪਾਟ ਖੁੱਲ੍ਹ ਗਏ ਕਿ ਚਰਨਾਂ ਨੂੰ ਹੱਥ ਲਾਉਂਦਿਆਂ ਸਾਰ ਹੀ ਜਦੋਂ ਕਪਾਟ ਖੁੱਲ੍ਹ ਗਏ, ਕਹਿੰਦੇ ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਫਿਰ ਸਤਿਗੁਰਾਂ ਨੇ ਸਵਾਲ ਕੀਤਾ, ਇਹ ਜਿਹੜਾ ਤੂੰ ਪਰਚੀ 'ਤੇ ਲਿਖ ਕੇ ਭੇਜਿਆ ਹੈ ਮਰਨਾ ਸੱਚ ਤੇ ਜਿਉਣਾ ਝੂਠ, ਇਹ ਐਵੇਂ ਤੇ ਨਹੀਂ ਲਿਖ ਕੇ ਦੇ ਦਿੱਤਾ, ਮੋਹਰ ਦਾ ਲਾਲਚ ਕੀਤਾ ਹੋਵੇ? ਕਹਿੰਦੇ ਨਹੀਂ ਸਤਿਗੁਰੂ ਜੀ, ਇਹ ਸੱਚ ਹੀ ਹੈ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਕਹਿੰਦੇ ਗੱਲ ਮੰਨਦਾ ਹੈ? ਕਹਿੰਦੇ ਹਾਂ ਮਹਾਰਾਜ ਇਹ ਗੱਲ ਮੈਂ ਮੰਨਦਾ ਹਾਂ। ਕਹਿੰਦੇ ਚੱਲ ਫਿਰ ਤੂੰ ਹੁਣ ਸਾਡਾ ਗੁਰੂ ਕਾ ਸਿੱਖ ਹੋਇਆ ਹੈ, ਤੂੰ ਸਾਡੇ ਨਾਲ ਚੱਲ ਫਿਰ। ਕਹਿੰਦੇ ਕਿ ਉਸੇ ਤਰ੍ਹਾਂ ਹੀ ਮੂਲਾ ਖੱਤਰੀ ਜਿਹੜਾ ਚੱਲ ਪਿਆ ਨਾਲ, ਸਤਿਗੁਰਾਂ ਦੇ ਨਾਲ ਗਿਆ। ਕੁਛ ਚਿਰ ਜਦੋਂ ਸਤਿਗੁਰਾਂ ਦੇ ਨਾਲ ਯਾਤਰਾ ਕੀਤੀ ਤੇ ਇੱਧਰੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਮੂਲੇ ਖੱਤਰੀ ਨੂੰ ਕਿਹਾ, ਕਹਿੰਦੇ ਕਿ ਦੇਖ ਤੈਨੂੰ ਬੜਾ ਚਿਰ ਹੋ ਗਿਆ ਸਾਡੇ ਨਾਲ ਆਇਆ ਹੋਇਆਂ ਨੂੰ, ਉਧਰ ਤੇਰੇ ਪਰਿਵਾਰ ਦੇ ਵਿੱਚ ਸੋਗ ਮੱਚ ਗਿਆ ਹੈ ਕਿ ਕਹਿੰਦੇ ਕਿ ਮੂਲਾ ਖੱਤਰੀ ਜੰਗਲ ਦੇ ਵਿੱਚ ਗਿਆ ਸੀ ਕਿ ਸਾਧ ਦੇ ਨਾਲ, ਉਹ ਮੁੜਿਆ ਨਹੀਂ, ਉਹ ਲੱਗਦਾ ਮਰ ਗਿਆ ਹੈ ਤੇ ਹੁਣ ਉਹਦੇ ਵਾਸਤੇ ਸੋਗ ਕਰ ਰਹੇ ਨੇ ਸਾਰੇ। ਜਿਹੜੀ ਤੇਰੀ ਘਰ ਦੀ ਹੈ ਉਹ ਅੱਗ ਦੇ ਵਿੱਚ ਸੜ ਕੇ ਸਤੀ ਹੋਣ ਲੱਗੀ ਹੈ, ਕਿਉਂਕਿ ਇਹ ਪਹਿਲਾਂ ਇਹ ਸਮਾਂ ਸੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਇੱਕ ਮਰਦਾ ਹੈ ਦੂਜੇ ਨੂੰ ਮਾਰਨ ਦੀ ਲੋੜ ਨਹੀਂ। ਤੇ ਕਹਿੰਦੇ ਕਿ ਉਦੋਂ ਸਤੀ ਕਰ ਦਿੰਦੇ ਸਨ, ਜੇ ਪਤੀ ਮਰ ਜਾਂਦਾ ਸੀ ਨਾਲ ਹੀ ਉਹਨੂੰ ਅੱਗ ਦੇ ਵਿੱਚ ਜਿਉਂਦੀ ਨੂੰ ਸਾੜ ਦਿੰਦੇ ਸਨ। ਕਹਿੰਦੇ ਕਿ ਜਦੋਂ ਪਤਾ ਲੱਗਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੀ ਘਰ ਦੀ ਸਤੀ ਹੋਣ ਲੱਗੀ ਹੈ ਤੇ ਜਾ ਕੇ ਉਹਨੂੰ ਬਚਾ। ਕਹਿੰਦੇ ਮਹਾਰਾਜ ਆਪਾਂ ਤਾਂ ਬਹੁਤ ਦੂਰ ਆ ਗਏ, ਮੈਂ ਕਿਵੇਂ ਪਹੁੰਚਾਂਗਾ? ਤੇ ਕਹਿੰਦੇ ਪਹੁੰਚਾ ਦਿੰਦੇ ਹਾਂ ਅਸੀਂ ਤੈਨੂੰ। ਕਹਿੰਦੇ ਬੈਠ ਕੇ ਕਹਿੰਦੇ ਇੱਕ ਵਾਰੀ ਕਹਿ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦੋਂ ਇਸ ਤਰ੍ਹਾਂ ਕਿਹਾ ਤੇ ਮੂਲਾ ਖੱਤਰੀ ਆਪਣੇ ਘਰੇ ਪਹੁੰਚ ਗਿਆ। ਦੇਖਿਆ ਕਿ ਇੱਥੇ ਸੋਗ ਮੱਚਿਆ ਹੋਇਆ ਹੈ ਤੇ ਆਪਣੀ ਘਰ ਦੀ ਨੂੰ ਸਮਝਾਇਆ ਤੇ ਜਦੋਂ ਦੇਖਿਆ ਕਿ ਆ ਗਿਆ ਹੈ ਵਾਪਸ
ਕਹਿੰਦੇ ਤੁਸੀਂ ਬੜਾ ਚਿਰ ਹੋ ਗਿਆ ਸੀ, ਸਮਝਿਆ ਕਿ ਮਰ ਗਿਆ ਹੈ, ਤਾਂ ਕਰਕੇ ਮੈਨੂੰ ਸਤੀ ਹੋਣ ਲੱਗੀ ਸਾਂ ਤੇ ਹੁਣ ਤੁਸੀਂ ਬਚਾ ਲਿਆ। ਇਸ ਤਰ੍ਹਾਂ ਸਤਿਗੁਰਾਂ ਨੇ ਜਦੋਂ ਮੂਲੇ ਖੱਤਰੀ ਨੂੰ ਭੇਜਿਆ, ਆਪਣੇ ਪਰਿਵਾਰ ਨੂੰ ਬਚਾਇਆ। ਕੁਝ ਸਮਾਂ ਲੰਘ ਗਿਆ, ਜਦੋਂ ਕੁਝ ਸਮੇਂ ਬਾਅਦ ਸਤਿਗੁਰੂ ਯਾਤਰਾ ਕਰਕੇ ਫਿਰ ਸਿਆਲਕੋਟ ਦੀ ਧਰਤੀ 'ਤੇ ਆਏ ਤੇ ਸਤਿਗੁਰੂ ਜੀ ਬਾਰ-ਬਾਰ ਬੈਠੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਕਿਹਾ, ਜਾਓ ਉਹਨੂੰ ਸੱਦ ਕੇ ਲਿਆਓ। ਆਪਣਾ ਇੱਥੇ ਮਿੱਤਰ ਹੈ ਜਿਹੜਾ ਪੁਰਾਣਾ ਮਿੱਤਰ ਜਿਹਦਾ ਨਾਮ ਮੂਲਾ ਖੱਤਰੀ, ਉਹਨੂੰ ਲੈ ਕੇ ਆਓ ਕਿ ਗੁਰੂ ਨਾਨਕ ਜੀ ਆਏ ਨੇ, ਆਓ ਨਾਲ ਚੱਲੋ ਸਾਡੇ ਨਾਲ। ਤੇ ਕਹਿੰਦੇ ਇਸੇ ਤਰ੍ਹਾਂ ਕੀਤਾ। ਜਦੋਂ ਭਾਈ ਬਾਲਾ ਤੇ ਮਰਦਾਨਾ ਗਏ ਮੂਲੇ ਖੱਤਰੀ ਦੇ ਘਰੇ, ਆਵਾਜ਼ ਮਾਰੀ, ਜ਼ੋਰ ਦੀ ਆਵਾਜ਼ਾਂ ਦੇ ਰਹੇ ਨੇ। ਬਾਹਰ ਘਰ ਦੀ ਆਈ ਹੈ, ਉਹਨੇ ਬੂਹਾ ਖੋਲ੍ਹਿਆ। ਉਹ ਖੋਲ੍ਹ ਕੇ ਵੇਖਿਆ ਕਿ ਸਾਧ ਤਾਂ ਉਹ ਆ ਗਏ ਨੇ, ਫਿਰ ਲੈ ਜਾਣਗੇ, ਪਤਾ ਨਹੀਂ ਮੇਰਾ ਪਤੀ ਮੁੜੇ ਕਿ ਨਾ ਮੁੜੇ। ਤੇ ਕਹਿੰਦੇ ਕਿ ਉਹਨੇ ਝੂਠ ਮਾਰ ਦਿੱਤਾ ਕਿ ਇੱਥੇ ਨਹੀਂ ਹੈ, ਉਹ ਕਿਸੇ ਹੋਰ ਪਿੰਡ ਕੰਮ ਗਿਆ ਹੋਇਆ ਹੈ। ਜਦੋਂ ਜਾ ਕੇ ਭਾਈ ਬਾਲੇ ਤੇ ਮਰਦਾਨੇ ਨੇ ਕਿਹਾ ਕਿ ਉਹ ਕਹਿੰਦੇ ਕਿਸੇ ਕੰਮ ਗਿਆ ਹੋਇਆ ਹੈ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਉੱਥੇ ਹੀ ਹੈ, ਚਲੋ ਮੈਂ ਚੱਲਦਾ ਤੁਹਾਡੇ ਨਾਲ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਆਏ। ਫਿਰ ਆਵਾਜ਼ਾਂ ਮਾਰਦੇ ਨੇ, ਘਰ ਦੀ ਨੇ ਫਿਰ ਬੂਹਾ ਖੋਲ੍ਹਿਆ ਕਿ ਤੂੰ ਆਪ ਹੀ ਆ ਗਏ ਨੇ। ਫਿਰ ਉਹਨੇ ਝੂਠ ਮਾਰਿਆ, ਕਹਿੰਦੇ ਨਹੀਂ ਤੂੰ ਉਹਨੂੰ ਬਾਹਰ ਕੱਢ, ਸਾਨੂੰ ਪਤਾ ਹੈ ਇੱਥੇ ਹੀ ਹੈ। ਉਹ ਕਹਿੰਦੇ ਨਹੀਂ, ਤੁਹਾਨੂੰ ਪਤਾ ਨਹੀਂ ਲੱਗਿਆ, ਉਹ ਕਿਸੇ ਹੋਰ ਪਿੰਡ ਕੰਮ ਗਿਆ ਹੋਏਗਾ, ਇੱਥੇ ਨਹੀਂ ਹੈ। ਜਦੋਂ 2-3 ਵਾਰੀ ਉਹਨੇ ਨਾ ਕਰ ਦਿੱਤੇ, ਫਿਰ ਸਤਿਗੁਰੂ ਜੀ ਕਹਿੰਦੇ ਚੰਗਾ, ਫਿਰ ਨਹੀਂ ਹੈ ਤੇ ਫਿਰ ਨਹੀਂ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ, ਭਾਵ ਕਿ ਉਹਨੂੰ ਮੂਲੇ ਖੱਤਰੀ ਨੂੰ ਉਹਦੀ ਘਰ ਦੀ ਨੇ ਪਾਥੀਆਂ ਵਾਲਾ ਜਿਹੜਾ ਕਮਰਾ ਸੀਗਾ, ਛੱਪਰ ਸੀ, ਉਹਦੇ ਵਿੱਚ ਵਾੜਿਆ ਹੋਇਆ ਸੀਗਾ। ਉਹ ਜਿਵੇਂ ਸਤਿਗੁਰਾਂ ਨੇ ਕਹਿਤਾ ਜੇ ਨਹੀਂ ਹੈ ਤੇ ਨਹੀਂ ਹੈ, ਕਹਿੰਦੇ ਉਹਨੂੰ ਸੱਪ ਲੜ ਗਿਆ। ਉਹ ਸੱਪ ਲੜਿਆ ਤੇ ਉਹਦੀ ਮੌਤ ਹੋ ਗਈ। ਪਤਾ ਲੱਗਾ, ਰੌਲਾ ਪਾਇਆ ਕਿ ਸੱਪ ਲੜ ਗਿਆ ਹੈ। ਘਰ ਦੀ ਭੱਜੀ ਆਈ, ਹੋਰ ਨਾਲ ਦੇ ਭੱਜੇ ਆਏ ਤੇ ਲੋਕਾਂ ਨੇ ਕਿਹਾ ਕਿ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਸੀ, ਉਹਨਾਂ ਨੂੰ ਇਹਨਾਂ ਨੇ ਝੂਠ ਮਾਰਿਆ ਹੈ, ਉਹਦਾ ਇਹਨਾਂ ਨੂੰ ਫਲ ਮਿਲ ਗਿਆ ਹੈ। ਤੇ ਕਹਿੰਦੇ ਕਿ ਜਦੋਂ ਰੌਲਾ ਪੈ ਗਿਆ ਕਿ ਕਹਿੰਦੇ ਵੇਖੋ ਕਿੱਥੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਵੇਖਿਆ ਜਾ ਕੇ ਤੇ ਕਹਿੰਦੇ ਕਿ ਉਹ ਬਾਰ-ਬਾਰ ਬੈਠੇ ਨੇ ਦਰਖਤ ਦੇ ਥੱਲੇ। ਕਹਿੰਦੇ ਚਲੋ ਉੱਥੇ ਲੈ ਕੇ ਚੱਲੀਏ, ਸਤਿਗੁਰੂ ਬਖਸ਼ ਦੇਣ ਕਿਤੇ। ਕਹਿੰਦੇ ਕਿ ਸਿਆਣੇ ਮਨੁੱਖਾਂ ਨੇ ਉਹਦੀ ਦੇਹੀ ਨੂੰ ਚੁੱਕਿਆ, ਮਰ ਚੁੱਕਿਆ ਸੀਗਾ। ਕਹਿੰਦੇ ਲੈ ਕੇ ਗਏ, ਉੱਥੇ ਲੈ ਕੇ ਗਏ ਤੇ ਕਹਿੰਦੇ ਸਾਨੂੰ ਮਾਫ ਕਰ ਦਿਓ, ਸਾਡੇ 'ਤੇ ਕਿਰਪਾ ਕਰੋ, ਇਹਨੂੰ ਜਿਉਂਦਾ ਕਰ ਦਿਓ ਕਿ ਸਾਡੇ ਤੋਂ ਝੂਠ ਬੋਲਿਆ ਗਿਆ ਹੈ। ਘਰ ਦੀ ਕਹਿੰਦੀ ਇਹਨੂੰ ਜਿਉਂਦਾ ਕਰ ਦਿਓ, ਝੂਠ ਬੋਲਿਆ ਗਿਆ ਹੈ, ਮੈਨੂੰ ਨਹੀਂ ਪਤਾ ਸੀਗਾ ਇਹਦਾ ਫਲ ਇਹ ਮਿਲੇਗਾ। ਕਹਿੰਦੇ ਕਿ ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਝੂਠ ਜਿਹੜਾ ਤੁਸੀਂ ਬੋਲਿਆ ਇਹਦਾ ਫਲ ਤਾਂ ਤੁਹਾਨੂੰ ਭੋਗਣਾ ਹੀ ਪਵੇਗਾ। ਕਿਉਂਕਿ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਗੁਰੂ ਨਾਨਕ ਦੇ ਘਰੇ ਜਾਂ ਗੁਰੂ ਘਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਦਈਏ, ਕੋਈ ਨਹੀਂ ਵੇਖੀ ਜਾਊਗੀ, ਸਾਨੂੰ ਗੁਰੂ ਬਖਸ਼ ਦੇਗਾ। ਨਹੀਂ, ਗੁਰੂ ਉਹਦਾ ਫਲ ਜ਼ਰੂਰ ਦਿੰਦਾ ਹੈ, ਪਰ ਕੁਝ ਸਮੇਂ ਬਾਅਦ ਉਸ ਚੀਜ਼ ਨੂੰ ਜਿਹੜਾ ਹੈ ਬਖਸ਼ਦਾ ਹੈ, ਉਹਦੀ ਸਜ਼ਾ ਭੋਗਣੀ ਪੈਂਦੀ ਹੈ। ਹਾਂ, ਕਿਤੇ ਹੋਰ ਕਰਮ ਮਾੜੇ ਕੀਤੇ ਹੋਣ ਗੁਰੂ ਘਰ ਤੋਂ ਇਲਾਵਾ, ਕਹਿੰਦੇ ਤੇ ਉਹ ਸਤਿਗੁਰੂ ਫਿਰ ਇੱਥੇ ਬਖਸ਼ ਦਿੰਦਾ ਹੈ, ਉਹ ਕਰਮਾਂ ਨੂੰ ਕੱਟ ਦਿੰਦਾ ਹੈ। ਜੇ ਗੁਰੂ ਘਰ ਦੇ ਰੱਬ ਦੇ ਘਰ ਦੇ ਵਿੱਚ ਹੀ ਮਨੁੱਖ ਇਹੋ ਜਿਹਾ ਕੰਮ ਕਰਦਾ ਹੈ, ਉਹ ਨਹੀਂ ਬਖਸ਼ਿਆ ਜਾਂਦਾ। ਤੇ ਕਹਿੰਦੇ ਕਿ ਜਦੋਂ ਮੂਲਾ ਖੱਤਰੀ ਨੂੰ ਕਿਹਾ, ਜਦੋਂ ਪਰਿਵਾਰ ਨੂੰ ਕਿਹਾ ਕਿ ਇਹ ਨਹੀਂ ਜਿਉਂਦਾ ਹੋ ਸਕਦਾ ਹੁਣ, ਕਹਿੰਦੇ ਹਾਂ ਠੀਕ ਹੈ, ਸਾਡਾ ਇਹਨੇ ਸਤ ਸੰਗਤ ਕੀਤੀ ਹੈ, ਸਾਡੇ ਨਾਲ ਕੁਛ ਚਿਰ ਰਿਹਾ ਹੈ, ਇਹਦਾ ਹੁਣ ਅਸੀਂ 10ਵੇਂ ਜਾਮੇ 'ਚ ਜਦੋਂ ਆਵਾਂਗੇ, ਅਸੀਂ 10ਵਾਂ ਜਾਮਾ ਧਾਰਨ ਕਰਾਂਗੇ, ਉਦੋਂ ਇਹਦਾ ਉਧਾਰ ਕਰਾਂਗੇ ਅਸੀਂ ਇਹਨੂੰ, ਉਦੋਂ ਆਪਣੇ ਨਾਲ, ਭਾਵ ਕਿ ਸੱਚਖੰਡ ਦੀ ਇਹਨੂੰ ਉਦੋਂ ਪ੍ਰਾਪਤੀ ਹੋਵੇਗੀ, ਹੁਣ ਇਹ ਜਿਉਂਦਾ ਨਹੀਂ ਹੋ ਸਕਦਾ। ਕਹਿੰਦੇ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ 10ਵੇਂ ਜਾਮੇ ਦੇ ਵਿੱਚ ਆਏ, ਹਜ਼ੂਰ ਸਾਹਿਬ ਦੀ ਧਰਤੀ 'ਤੇ ਗਏ, ਜਿੱਥੇ ਗੁਰੂ ਕਾ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਹੈ। ਉੱਥੇ ਜਦੋਂ ਸਹਿਆ ਤੁਰਦਾ ਵੇਖਿਆ, ਸਤਿਗੁਰੂ ਜੀ ਸ਼ਿਕਾਰ ਖੇਡਣ ਗਏ, ਇਹ ਸਹਿ ਨੂੰ ਦੇਖਿਆ, ਸਹਿ ਦਾ ਰੂਪ ਧਾਰਿਆ ਹੋਇਆ ਸੀ ਮੂਲੇ ਖੱਤਰੀ ਨੇ, ਟੇਢੀਆਂ ਮੇਢੀਆਂ ਜੂਨਾਂ ਭੋਗਦਾ ਹੋਇਆ ਸਹਿ ਦੀ ਜੂਨ ਦੇ ਵਿੱਚ ਪਿਆ ਹੋਇਆ, ਤੇ ਸਤਿਗੁਰਾਂ ਨੇ ਤੀਰ ਮਾਰ ਕੇ ਉਹਦਾ ਉਧਾਰ ਕੀਤਾ। ਤੇ ਇੱਧਰ ਜਿਹੜੇ ਨਾਲ ਸਿੱਖ ਗਏ ਸਨ, ਭਾਈ ਦਇਆ ਸਿੰਘ ਜੀ, ਹੋਰ ਗੁਰੂ ਕੇ ਪਿਆਰੇ, ਉਹਨਾਂ ਨੇ ਬੜਾ ਮਨ ਦੇ ਵਿੱਚ ਸ਼ੰਕਾ ਕੀਤਾ, ਸਤਿਗੁਰੂ ਤੇ ਵੱਡੇ ਵੱਡੇ ਸ਼ਿਕਾਰ ਕਰਦੇ ਨੇ,
ਇਹ ਛੋਟੇ ਜਿਹੇ ਸਹਿ ਨੂੰ ਕਿਉਂ ਮਾਰ ਦਿੱਤਾ ਇਹਨਾਂ ਨੇ? ਮਨ ਦੇ ਵਿੱਚ ਸ਼ੰਕਾ ਆ ਗਿਆ ਤੇ ਸਤਿਗੁਰਾਂ ਨੂੰ ਉਹਨਾਂ ਨੇ ਪੁੱਛ ਲਿਆ, ਸਿੱਖਾਂ ਨੇ, ਸਤਿਗੁਰੂ ਜੀ ਇਹ ਛੋਟੇ ਜਿਹੇ ਸਹਿ ਨੂੰ ਕਿਉਂ ਮਾਰ ਦਿੱਤਾ ਤੁਸੀਂ? ਇਹ ਤਾਂ ਬਾਹਲਾ ਛੋਟਾ ਜਿਹਾ ਸੀਗਾ। ਕਹਿੰਦੇ ਨਹੀਂ ਭਾਈ, ਇਹ ਸਾਡਾ ਪਹਿਲੇ ਜਾਮੇ ਦੇ ਵਿੱਚ ਸਿੱਖ ਹੋਇਆ ਹੈ, ਮੂਲਾ ਖੱਤਰੀ। ਫਿਰ ਸਤਿਗੁਰਾਂ ਨੇ ਉਹਦੀ ਆਤਮਾ ਜਿਹੜੀ ਉਹਦੇ ਵਿੱਚੋਂ ਪ੍ਰਗਟ ਕਰਕੇ ਤੇ ਮੂਲੇ ਖੱਤਰੀ ਦਾ ਰੂਪ ਦਿਖਾਇਆ ਕਿ ਮੈਂ ਗੁਰੂ ਨਾਨਕ ਦਾ ਸਿੱਖ ਸੀ ਤੇ 10ਵੇਂ ਜਾਮੇ 'ਚ ਮੇਰੇ 'ਤੇ ਕਿਰਪਾ ਕੀਤੀ ਹੈ। ਉਹਨਾਂ ਸਿੱਖਾਂ ਦਾ ਸ਼ੰਕਾ ਮਿਟ ਗਿਆ। ਤਾਂ ਸਤਿਗੁਰੂ ਜੀ ਕਹਿੰਦੇ ਇੱਕ ਹੁਕਮੀ ਸਦਾ ਭਵਾਈ ਹੈ ਕਿ ਉਹ ਜਨ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਪੈ ਜਾਂਦੇ ਨੇ। ਜਿਹੜਾ ਉਸ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ ਤਾਂ ਫਿਰ ਸਿੱਧਾਂ ਨੂੰ ਕਿਹਾ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਦੇ ਵਿੱਚ ਸਭ ਕੁਛ ਹੈ, ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੈ। ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਅਨੁਸਾਰ ਚੱਲਦੀ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਕਹਿੰਦੇ ਜਿਹੜੇ ਹੁਕਮ ਬੁੱਝ ਲੈਂਦੇ ਨੇ ਨਾ, ਹਉਮੈ ਤੇ ਹੰਗਤਾ, ਮੋਹ, ਦੋ ਚੀਜ਼ਾਂ, ਇੱਕ ਹਉਮੈ ਤੇ ਇੱਕ ਮੋਹ, ਕਹਿੰਦੇ ਇਹ ਚੀਜ਼ਾਂ ਲਾਗੇ ਨਹੀਂ ਆਉਂਦੀਆਂ, ਉਸ ਮਨੁੱਖ ਦੇ ਹਿਰਦੇ ਵਿੱਚੋਂ ਦੂਰ ਹੋ ਜਾਂਦੀਆਂ ਨੇ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਬੁੱਝ ਲਿਆ, ਹੁਕਮ ਇਹ ਹੈ ਨਾਮ ਜਪਣਾ, ਉਹਦਾ ਹੁਕਮ ਮੰਨਣਾ। ਜਿੰਨਾ ਚਿਰ ਆਪਾਂ ਨਾਮ ਨਹੀਂ ਜਪ ਸਕਦੇ ਉਹਨਾਂ ਚਿਰ ਹੁਕਮ ਵੀ ਨਹੀਂ ਮੰਨਿਆ ਜਾਂਦਾ। ਨਾਮ ਜਪਾਂਗੇ ਤਾਂ ਹੁਕਮ ਮੰਨਿਆ ਜਾਵੇਗਾ, ਹਿਰਦੇ ਦੇ ਵਿੱਚ ਸ਼ਾਂਤੀ ਆਏਗੀ, ਸਤਿਗੁਰੂ ਜੀ ਕਿਰਪਾ ਕਰਨਗੇ, ਮੋਹ ਟੁੱਟੇਗਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ। ਇਹ ਸਾਰੀਆਂ ਚੀਜ਼ਾਂ ਫਿਰ ਉਸ ਮਨੁੱਖ ਦੇ ਵੱਸ ਹੋ ਜਾਂਦੀਆਂ ਨੇ। ਜਦੋਂ ਨਾਮ ਜਪਦਾ ਹੈ, ਨਾਮ ਜਪਣ ਦੇ ਨਾਲ ਹੀ ਫਿਰ ਉਹਦੇ ਹੁਕਮ ਦੀ ਪਾਲਣਾ ਹੁੰਦੀ ਹੈ, ਉਹਦੇ ਹੁਕਮ ਦਾ ਪਤਾ ਲੱਗਦਾ ਹੈ ਕਿ ਉਹਦਾ ਹੁਕਮ ਕਿਹੋ ਜਿਹਾ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਸੋ ਆਓ ਆਪਾਂ ਜਿਹਦਾ ਹੁਕਮ ਦੀ ਗੱਲ ਕਰ ਰਹੇ ਹਾਂ, ਆਓ 5 ਮਿੰਟ ਵਾਸਤੇ ਆਪਾਂ ਸਿਮਰਨ ਕਰੀਏ। ਸਾਡੇ 'ਤੇ ਕਿਰਪਾ ਕਰਨ ਸਤਿਗੁਰੂ ਜੀ। ਇਸੇ ਤਰ੍ਹਾਂ ਕਰਨਾ ਜਿਵੇਂ ਆਪਾਂ ਕੱਲ੍ਹ ਕੀਤਾ ਸੀ, ਹਿਰਦੇ ਦੇ ਵਿੱਚੋਂ ਵਾਹਿਗੁਰੂ ਕਹਿਣਾ ਹੈ। ਇਹਦੇ ਨਾਲ ਛੇਤੀ ਕਿਰਪਾ ਸਾਡੇ 'ਤੇ ਹੋਵੇਗੀ। ਆਓ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਬੇਨਤੀ ਹੈ, 31 ਤਰੀਕ ਨੂੰ ਸੋਮਵਾਰ ਪ੍ਰਭਾਤ ਫੇਰੀਆਂ ਆਰੰਭ ਹੋਣੀਆਂ ਹਨ। 6 ਤਰੀਕ ਨੂੰ ਐਤਵਾਰ ਨੂੰ ਪ੍ਰਭਾਤ ਫੇਰੀਆਂ ਦੇ ਭੋਗ ਪੈਣਗੇ ਅਤੇ 6 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਤਰੀਕ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਉਹ ਦਿਨ ਭੋਗ ਵੀ ਪੈਣਗੇ, ਨਾਲੇ ਆਪਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਵੀ ਸਰਵਣ ਕਰਾਂਗੇ। ਇਸ ਕਰਕੇ 31 ਤਰੀਕ ਨੂੰ ਪ੍ਰਭਾਤ ਫੇਰੀਆਂ ਆਰੰਭ ਹੋਣੀਆਂ ਨੇ। ਕਿਸੇ ਵੀ ਗੁਰੂ ਪਿਆਰੇ ਨੇ ਪ੍ਰਭਾਤ ਫੇਰੀਆਂ ਦੇ ਵਿੱਚ ਨਾਮ ਲਿਖਾਉਣਾ ਹੋਵੇ ਜਾਂ ਸੰਗਤਾਂ ਦੇ ਚਰਨ ਘਰ ਵਿੱਚ ਪਵਾਉਣੇ ਹੋਣ ਜਾਂ ਇੱਥੇ ਚਾਹ ਲੰਗਰ ਪਾਣੀ ਦੀ ਸੇਵਾ ਕਰਨੀ ਹੋਵੇ, ਸੋ ਆਪਣਾ ਨਾਮ ਲਿਖਾ ਦਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।